ਗੁੱਡ ਮੋਰਨਿੰਗ ਬੱਚਿਓ। ਅਸੀਂ ਪੜ੍ਹ ਰਹੇ ਹਾਂ ਸਵੈ ਜੀਵਨੀ ਗਲੀਏ ਚੱਕੜ ਦੂਰ ਕਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਹੋਈ। ਅਸੀਂ ਪੜ੍ਹਨਾ ਸ਼ੁਰੂ ਕੀਤਾ ਹੈ ਕਾਂਡ ਅੱਖਾਂ ਵਿੱਚ ਸੁਪਨੇ ਲਟਕਣ ਦੇ। ਭਾਗ ਪਹਿਲੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਲੇਖਕ ਨੂੰ ਫਤਿਹ ਪ੍ਰੀਤਮ ਵਿੱਚ ਸੰਪਾਦਕੀ ਦੀ ਨੌਕਰੀ ਮਿਲ ਚੁੱਕੀ ਹੈ ਅਤੇ ਜਦੋਂ ਉਹਦਾ ਸਾਥੀ ਤਰਲੋਕ ਸਿੰਘ ਯਾਤਰੀ ਕੰਮ ਛੱਡ ਕੇ ਚਲਾ ਜਾਂਦਾ ਹੈ ਤਾਂ ਲੇਖਕ ਨੂੰ ਫਤਿਹ ਅਤੇ ਪ੍ਰੀਤਮ ਦੋਹਾਂ ਅਖਬਾਰਾਂ ਦੇ ਲਈ ਕੰਮ ਕਰਨਾ ਪੈਂਦਾ ਅਤੇ ਉਹਨੂੰ ਉਹ ਕੰਮ ਵੀ ਕਰਨੇ ਪੈਂਦੇ ਆ ਜਿਹੜੇ ਉਹਨੇ ਕਦੇ ਪਹਿਲਾਂ ਕੀਤੇ ਨਹੀਂ ਹੁੰਦੇ। ਭਾਵੇਂ ਲੇਖਕ ਇੱਕ ਚੰਗੀਆਂ ਕਵਿਤਾਵਾਂ ਲਿਖਣ ਵਾਲਾ ਜਾਂ ਕਹਾਣੀਆਂ ਲਿਖ ਲੈਂਦਾ, ਇਕਾਂਗੀ ਲਿਖ ਲੈਂਦਾ, ਪਰ ਅਖਬਾਰ ਦੇ ਵਿੱਚ ਰਾਜਨੀਤੀ ਨਾਲ ਸੰਬੰਧਿਤ ਉਹਨੇ ਕਦੇ ਵੀ ਨਹੀਂ ਲਿਖਿਆ, ਨਾ ਹੀ ਉਹਨੂੰ ਰਾਜਨੀਤੀ ਬਾਰੇ ਵਧੇਰੇ ਜਾਣਕਾਰੀ ਆ। ਸੋ ਹੁਣ ਉਹਨੂੰ ਇਹ ਕੰਮ ਵੀ ਕਰਨੇ ਪੈਣੇ ਆ, ਪਰ ਫਿਰ ਵੀ ਉਹ ਸਾਨੂੰ ਦੱਸਦਾ ਹੈ ਕਿ ਭਾਵੇਂ ਪਰਮਾਤਮਾ ਦੇ ਨਾਲ ਇਕਸਾਰ ਹੋ ਕੇ ਤਾਂ ਉਹ ਕਦੇ ਨਹੀਂ ਚੱਲਿਆ, ਪਰ ਪਰਮਾਤਮਾ ਦੀ ਬਾਂਹ ਵੀ ਉਹਨੇ ਕਦੇ ਨਹੀਂ ਛੱਡੀ। ਸੋ ਪਰਮਾਤਮਾ ਦੇ ਭਰੋਸਾ ਰੱਖਦਾ ਅਤੇ ਇਹ ਸੋਚਦਾ ਕਿ ਉਹ ਇਹ ਕੰਮ ਜ਼ਰੂਰ ਤੁਰ ਚੜਾਏਗਾ। ਪੜ੍ਹਦੇ ਹਾਂ ਅੱਗੇ ਕੀ ਲਿਖਦਾ ਲੇਖਕ। ਸਵੇਰੇ ਦਫ਼ਤਰ ਜਾਣ ਵੇਲੇ ਮੈਨੂੰ ਗੁਰਦੁਆਰਾ ਸੀਸਗੰਜ ਦੇ ਕੋਲੋਂ ਦੀ ਲੰਘਣਾ ਪੈਂਦਾ। ਦਿਨੇ ਵੀ ਕਈ ਵਾਰ ਇੱਧਰ ਉੱਧਰ ਕਿਸੇ ਕੰਮ ਗਿਆ ਗੁਰਦੁਆਰੇ ਦੇ ਅੱਗੋਂ ਦੀ ਲੰਘਦਾ, ਪਰ ਮੈਂ ਕਦੇ ਗੁਰਦੁਆਰੇ ਅੰਦਰ ਨਹੀਂ ਸੀ ਜਾਂਦਾ। ਹਾਂ, ਜਦੋਂ ਮੈਨੂੰ ਕੰਮ 'ਚ ਔਕੜਾਂ ਆਉਂਦੀਆਂ ਮੈਂ ਗੁਰਦੁਆਰੇ ਦੇ ਬਾਹਰ ਚੁੱਪ-ਚਾਪ ਖੜ੍ਹਾ ਹੋ ਜਾਂਦਾ, ਮੂੰਹੋਂ ਇੱਕ ਸ਼ਬਦ ਵੀ ਨਾ ਕੂੰਦਾ। ਹਾਂ, ਕਦੇ-ਕਦੇ ਸੁਰਤੀ ਨੂੰ ਤੋੜ ਕੇ ਗੁਣਗੁਣਾਉਂਦਾ, ਤੂੰ ਜਾਣਦਾ ਏ ਮੈਂ ਇੱਥੇ ਕਿਉਂ ਆਇਆ ਹਾਂ। ਜੇ ਨਹੀਂ ਜਾਣਦਾ ਤਾਂ ਦੱਸਣ ਦਾ ਕੋਈ ਫਾਇਦਾ ਨਹੀਂ, ਜੇ ਜਾਣੀ ਜਾਣੇ ਤਾਂ ਆਪ ਹੀ ਕੁਝ ਕਰ, ਮੇਰੇ ਵੱਸੋਂ ਬਾਹਰ ਦੀ ਗੱਲ ਏ, ਤੂੰ ਖੁਦ ਹੀ ਚਾਹ ਬੋਹੜ। ਨਾ ਮੈਂ ਰਾਜੀ ਸਾਂ ਆਪਣੇ ਇਸ਼ਟ ਨਾਲ ਅਤੇ ਨਾ ਨਾਰਾਜ਼, ਮੈਂ ਅੰਦਰ ਨਹੀਂ ਆਉਣਾ। ਤੇਰੀ ਮਰਜ਼ੀ ਹੈ, ਲਾਜ ਰੱਖਣੀ ਹੈ ਤੇ ਰੱਖ, ਪੱਤ ਰੋਲਣੀ ਹੈ ਤਾਂ ਰੋਲ। ਸੋ ਲੇਖਕ ਦਾ ਰਿਸ਼ਤਾ ਪਰਮਾਤਮਾ ਨਾਲ ਇਹੋ ਜਿਹਾ, ਪਰਮਾਤਮਾ ਨੂੰ ਗੱਲ ਕਹਿਣੀ ਚਾਹੁੰਦਾ ਪਰ ਅੰਦਰ ਜਾ ਕੇ ਨਹੀਂ ਕਹਿਣੀ ਚਾਹੁੰਦਾ। ਉਹ ਚਾਹੁੰਦਾ ਹੈ ਕਿ ਪਰਮਾਤਮਾ ਖੁਦ ਹੀ ਉਹਦੀਆਂ ਗੱਲਾਂ ਨੂੰ ਸਮਝ ਲਵੇ ਅਤੇ ਉਹਨੂੰ ਇੱਕ ਰਾਸਤਾ ਦਿਖਾ ਦੇਵੇ। ਸੋ ਦੇਖਦੇ ਹਾਂ ਪਰਮਾਤਮਾ ਕੀ ਕਰਦਾ ਲੇਖਕ ਦੀ ਜ਼ਿੰਦਗੀ ਵਿੱਚ। ਕੀ ਕਹਿੰਦਾ, ਸ਼ਰਧਾ ਘਟ ਗਈ ਸੀ, ਨਿਸ਼ਚਾ ਅਜੇ ਕਾਇਮ ਸੀ। ਅਜਬ ਸੰਸਕਾਰ ਸਨ ਮੇਰੇ, ਜਿਨ੍ਹਾਂ ਤੋਂ ਨਾ ਮੈਂ ਮੁਕਤ ਹੋ ਸਕਦਾ ਸਾਂ ਨਾ ਹੀ ਬੱਝਿਆ ਰਹਿ ਸਕਦਾ ਸਾਂ। ਮੈਂ ਆਪਣੀ ਕਿਸਮਤ ਖੁਦ ਘੜਨਾ ਚਾਹੁੰਦਾ ਸਾਂ, ਪਰ ਕੁਝ ਪਰਛਾਵੇਂ ਸਨ ਜੋ ਮੇਰੀ ਹੋਣੀ ਬਣੇ ਹੋਏ ਸਨ। ਸੋ ਇਸ ਤਰ੍ਹਾਂ ਜੋ ਸੰਸਕਾਰ ਸਾਡੇ ਮਾਂ ਬਾਪ ਨੇ ਸਾਨੂੰ ਦਿੱਤੇ ਹੁੰਦੇ ਆ, ਅਸੀਂ ਜਿੰਨੇ ਮਰਜ਼ੀ ਆਧੁਨਿਕ ਹੋ ਜਾਈਏ ਕਿਤੇ ਨਾ ਕਿਤੇ ਉਹ ਸਾਡਾ ਪਿੱਛਾ ਕਰਦੇ ਆ। ਸੋ ਲੇਖਕ ਦਾ ਪਿੱਛਾ ਵੀ ਇਹ ਸੰਸਕਾਰ ਕਰਦੇ ਆ, ਪਰਮਾਤਮਾ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜੁੜਿਆ ਹੋਇਆ। ਕਹਿੰਦਾ, ਮੇਰਾ ਮਨ ਚਾਹਿਆ ਕੰਮ ਮੇਰੇ ਲਈ ਮਾਨਸਿਕ ਅਜ਼ਾਬ ਬਣਦਾ ਜਾ ਰਿਹਾ ਸੀ। ਫਤਿਹ ਪ੍ਰੀਤਮ ਦੇ ਪੁਰਾਣੇ ਅੰਕ ਕੱਢ ਕੇ ਫਰੋਲਦਾ, ਘੋਖਦਾ ਅਤੇ ਸਮਝ ਕੇ ਉਸ ਤਰ੍ਹਾਂ ਦਾ ਕੁਝ ਖੁਦ ਲਿਖਣ ਲਈ ਲੋਚਦਾ, ਪਰ ਨਿਰੀ ਲੋਚਾ ਨਾਲ ਤਾਂ ਗੱਲ ਸਿਰੇ ਨਹੀਂ ਚੜ੍ਹਦੀ। ਸੋ ਜੇਕਰ ਅਸੀਂ ਕੁਝ ਕਰਨਾ ਸੋਚਦੇ ਹਾਂ ਤਾਂ ਉਹਦੇ ਲਈ ਰਜਮੀ ਮਿਹਨਤ ਵੀ ਜ਼ਰੂਰੀ ਹੈ। ਦੀਵਾਲੀ ਦੀਆਂ 2 ਛੁੱਟੀਆਂ ਨੇ, ਤੀਜੀ ਐਤਵਾਰ ਦੀ ਹੈ। ਨਾਰੰਗ ਸਾਹਿਬ ਨੇ ਦਿਲਾਸੇ ਨਾਲ ਕਿਹਾ, ਫਤਿਹ ਦੇ ਅਗਲੇ ਅੰਕ ਵਾਸਤੇ ਮੁੱਖ ਲੇਖ ਲਿਖ ਲਿਆਉਣਾ। ਮੈਨੂੰ ਲੱਗਾ ਦੀਵਾਲੀ ਦੀ ਥਾਂ ਕੋਈ ਆਫਤ ਮੇਰੇ ਸਾਹਮਣੇ ਆਣ ਖਲੋਤੀ ਹੋਵੇ। ਸ਼ਾਮੀ ਘਰ ਜਾਣ ਤੋਂ ਪਹਿਲਾਂ ਮੈਂ ਸ਼ੀਸ਼ਗੰਜ ਦੇ ਮੁੱਖ ਦੁਆਰ ਦੇ ਸਾਹਮਣੇ ਜਾ ਖੜਾ ਹੋਇਆ, ਚੁੱਪ, ਬੇਬਸ ਤੇ ਉਦਾਸ। ਮੈਂ ਇਉਂ ਹਾਰ ਨਹੀਂ ਮੰਨਣਾ ਚਾਹੁੰਦਾ। ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ। ਮੈਨੂੰ ਸ਼ਕਤੀ ਚਾਹੀਦੀ ਹੈ, ਮਾਨਸਿਕ ਪ੍ਰੇਰਨਾ ਅਤੇ ਉਤਸ਼ਾਹ, ਕਲਮ ਦਾ ਗੌਰਵਮਈ ਪ੍ਰਵਾਹ। ਅਤੇ ਕੁਝ ਚਿਰ ਅਡੋਲ ਖੜ੍ਹਾ ਰਹਿ ਕੇ ਮੈਂ ਘਰ ਵੱਲ ਤੁਰ ਪਿਆ। ਹੁਣ ਭਾਵੇਂ ਮੈਂ ਭਰਿਆ ਨਹੀਂ ਸਾਂ, ਪਰ ਸੱਖਣਾ ਵੀ ਨਹੀਂ ਸਾਂ। ਕੋਈ 100 ਕਦਮ ਹੀ ਚੱਲਿਆ ਸਾਂ ਕਿ ਅੱਗੇ ਇੱਕ ਅਖਬਾਰ ਵੇਚਣ ਵਾਲਾ ਰਸਾਲੇ ਸੜਕ 'ਤੇ ਫੈਲਾਈ ਬੈਠਾ ਸੀ। ਮੇਰੀ ਨਜ਼ਰ ਬਲਿਟਸ 'ਤੇ ਜਾ ਪਈ। ਪੰਡਿਤ ਨਹਿਰੂ ਦੀ ਅਮਰੀਕਾ ਯਾਤਰਾ ਬਾਰੇ ਮੁੱਖ ਲੇਖ ਸੀ। ਉਨ੍ਹੀਂ ਦਿਨੀਂ ਪੰਡਿਤ ਜੀ ਅਮਰੀਕਾ ਦੇ ਦੌਰੇ 'ਤੇ ਸਨ। ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਸੀ, ਜਿਸ ਦੀ ਬੜੀ ਚਰਚਾ ਸੀ। ਮੈਨੂੰ ਵਿਸ਼ਾ ਸੁੱਝ ਗਿਆ। ਬਲਿਟਸ ਅਤੇ ਕੁਝ ਹੋਰ ਅਖਬਾਰਾਂ ਦੇ ਰਸਾਲੇ ਖਰੀਦ ਕੇ ਚਾਈਂ ਘਰ ਵੱਲ ਤੁਰ ਪਿਆ। ਅੰਦਰ ਭਰਿਆ ਹੋਵੇ, ਬੰਦਾ ਹਵਾ ਵਿੱਚ ਉੱਡਣ ਲੱਗਦਾ। ਵਾਕਈ ਸਹੀ ਗੱਲ ਹੈ। ਜੇਕਰ ਸਾਨੂੰ ਮੁਸ਼ਕਿਲ ਦੇ ਵਿੱਚ ਖੜਿਆਂ ਨੂੰ ਕੋਈ ਰਸਤਾ ਮਿਲ ਜਾਵੇ ਤਾਂ ਆਪਣੇ ਆਪ ਬੰਦਾ ਹਵਾ ਦੇ ਵਿੱਚ ਉੱਡਣਾ ਸ਼ੁਰੂ ਹੋ ਜਾਂਦਾ ਹੈ। ਅਤੇ ਲੇਖਕ ਵੀ ਕਿਉਂ ਨਾ ਉੱਡੇ, ਉਹਨੂੰ ਰਸਤਾ ਮਿਲ ਚੁੱਕਿਆ, ਉਹਨੂੰ ਵਿਸ਼ਾ ਮਿਲ ਚੁੱਕਿਆ ਜਿਸ ਵਿਸ਼ੇ 'ਤੇ ਉਹ ਹੁਣ ਲਿਖੇਗਾ। ਕਹਿੰਦਾ, ਅਗਲੇ ਦਿਨ ਮੈਂ ਸਾਰੀ ਦਿਹਾੜੀ ਪੜ੍ਹਦਾ ਰਿਹਾ ਅਤੇ ਸੋਚਦਾ ਰਿਹਾ। ਸਾਰੀ ਸਥਿਤੀ ਅਤੇ ਵੇਰਵੇ ਅੰਦਰ ਰਚਾ ਲਏ। ਦੂਜੇ ਦਿਨ ਸਵੇਰ ਤੋਂ ਸ਼ਾਮ ਤੱਕ ਸੋਚਦਾ ਰਿਹਾ ਅਤੇ ਲਿਖਦਾ ਰਿਹਾ। ਐਤਵਾਰ ਨੂੰ
ਉਹ ਲੇਖ ਮੁੜ ਸੋਧਿਆ, ਸ਼ਬਦਾਂ ਨੂੰ ਸੰਵਾਰਿਆ ਅਤੇ ਸੋਮਵਾਰ ਜਦੋਂ ਮੈਂ ਦਫ਼ਤਰ ਜਾ ਰਿਹਾ ਸਾਂ, ਮੇਰੇ ਪੈਰ ਧਰਤੀ 'ਤੇ ਨਹੀਂ ਸਨ ਟਿਕ ਰਹੇ। ਹੁਣ ਕਿਉਂਕਿ ਕੰਮ ਪੂਰਾ ਹੋ ਗਿਆ, ਇਸ ਕਰਕੇ ਪੈਰ ਧਰਤੀ 'ਤੇ ਨਹੀਂ ਲੱਗ ਰਹੇ। ਲੇਖਕ ਖੁਸ਼ ਹੈ ਕਿ ਮੈਂ ਆਪਣਾ ਕੰਮ ਕਰ ਦਿੱਤਾ। ਦਫ਼ਤਰ ਜਾ ਕੇ ਉਹ ਲੇਖ ਮੈਂ ਨਾਰੰਗ ਸਾਹਿਬ ਨੂੰ ਦਿੱਤਾ। ਉਹਨਾਂ ਦੀਆਂ ਅੱਖਾਂ ਚਮਕ ਪਈਆਂ। ਉਹਨਾਂ ਤਰਦੀ ਜਿਹੀ ਨਜ਼ਰ ਮਾਰੀ ਅਤੇ ਮੁਸਕਰਾ ਪਏ। ਮੇਰੀ ਪੱਤ ਰਹਿ ਗਈ ਸੀ, ਪਰ ਇਹ ਖੁਸ਼ੀ ਥੋੜ੍ਹੀ ਜਿਹੀ ਹੀ ਸੀ। ਪ੍ਰੀਤਮ ਦਾ ਅੰਗ ਅਗਲੇ ਹਫ਼ਤੇ ਨਿਕਲਣਾ ਹੈ। ਉਸ ਵਾਸਤੇ ਇੱਕ ਮੁੱਖ ਲੇਖ ਤਿਆਰ ਕਰ ਲਿਆਈ। 6-7 ਦਿਨ ਨੇ। ਨਾਰੰਗ ਸਾਹਿਬ ਨੇ ਮੈਨੂੰ ਉਤਸ਼ਾਹ ਦਿੰਦੇ ਹੋਏ ਕਿਹਾ, ਜਿਤਨਾ ਲਿਖੋਗੇ ਉਤਨਾ ਹੀ ਹੱਥ ਖੁੱਲ੍ਹੇਗਾ। ਸੋ ਲੇਖਕ ਜਿੱਥੇ ਉੱਡਦਾ ਹੋਇਆ ਆਇਆ, ਹੁਣ ਇੱਕ ਕੰਮ ਹੋਰ ਉਹਦੇ ਲਈ ਖੜ੍ਹਾ ਹੋ ਗਿਆ। ਹੁਣ ਪਤਾ ਨਹੀਂ ਲੇਖਕ ਦੇ ਨਾਲ ਕੀ ਹੋਏਗਾ, ਕਿਉਂਕਿ ਅਸੀਂ ਸਾਰੇ ਮਨੁੱਖ ਇਸ ਤਰ੍ਹਾਂ ਦੇ ਹੀ ਹਾਂ। ਜਦੋਂ ਇੱਕ ਵਾਰੀ ਆਪਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਆਪਣਾ ਉਹ ਕੰਮ ਲੰਘ ਗਿਆ, ਸਾਨੂੰ ਲੱਗਦਾ ਕਿ ਨਹੀਂ ਹੁਣ ਤਾਂ ਸਮੂਥ ਹੈ ਜ਼ਿੰਦਗੀ। ਇੱਦਾਂ ਦਾ ਕੁਛ ਨਹੀਂ ਹੁੰਦਾ। ਜੇਕਰ ਅਸੀਂ ਇਸ ਸੰਸਾਰ ਦੇ ਵਿੱਚ ਜਨਮ ਲਿਆ ਹੈ ਤਾਂ ਸੰਘਰਸ਼ਮਈ ਜ਼ਿੰਦਗੀ ਸਾਨੂੰ ਹਮੇਸ਼ਾ ਟੱਕਰ ਦਿੰਦੀ ਹੈ। ਸੋ ਉਹਦੇ ਨਾਲ ਟੱਕਰ ਲੈਣ ਲਈ ਹਮੇਸ਼ਾ ਸਾਨੂੰ ਤਿਆਰ ਰਹਿਣਾ ਚਾਹੀਦਾ। ਕੀ ਲਿਖਦਾ ਲੇਖਕ? ਇੱਕ ਪਲ ਪਹਿਲਾਂ ਮੈਂ ਜਿਸ ਮਾਨਸਿਕ ਬੋਝ ਹੇਠੋਂ ਨਿਕਲਿਆ ਸਾਂ, ਫਿਰ ਉਸੇ ਹੇਠ ਦੱਬਿਆ ਗਿਆ, ਉੱਥੇ ਦਾ ਉੱਥੇ ਖੜਾ। ਹੁਣ ਕੀ ਲਿਖਾਂ, ਕਿਸ 'ਤੇ ਲਿਖਾਂ? ਇਹ ਤਾਂ ਸਾਹਿਤਕ ਪਰਚਾ ਹੈ। ਫਿਰ ਉਹਾ ਸ਼ੀਸ਼ਗੰਜ, ਉਹਾ ਮੁੱਖ ਦੁਆਰ ਅਤੇ ਉਹਾ ਮੈਂ, ਚੁੱਪ, ਬੇਬਸ ਅਤੇ ਉਦਾਸ। ਇੱਕ ਦਿਨ, 2 ਦਿਨ, ਤੀਜੇ ਦਿਨ ਇੱਕ ਵਿਸ਼ਾ ਸੁੱਝਿਆ, ਮਨੁੱਖਤਾ ਕਿਹੜੇ ਰਾਹਾਂ 'ਤੇ। ਇੱਕ ਦਿਨ ਸੋਚਦਾ ਰਿਹਾ, ਦੂਜੇ ਦਿਨ ਪ੍ਰਵਾਹ ਵਾਂਗ ਲਿਖਿਆ ਗਿਆ। ਸੋ ਜਿੱਥੇ ਆਪਾਂ ਜਿਸ ਗੱਲ ਬਾਰੇ ਸੋਚਦੇ ਰਹਿੰਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਸ਼ਬਦ ਵੀ ਮਿਲ ਜਾਂਦੇ ਆ, ਸਾਨੂੰ ਰਾਸਤਾ ਵੀ ਮਿਲ ਜਾਂਦਾ ਹੈ, ਅਤੇ ਲੇਖਕ ਨੂੰ ਵੀ ਮਿਲ ਗਿਆ। ਇਸ ਤਰ੍ਹਾਂ ਹਮੇਸ਼ਾ ਇੱਕ ਨਾ ਇੱਕ ਮਾਨਸਿਕ ਅਜ਼ਾਬ ਵਿੱਚ ਫਸਿਆ ਰਹਿੰਦਾ। ਇੱਕ ਬੋਝ ਉਤਰਦਾ, ਦੂਜਾ ਉਸ ਤੋਂ ਭਾਰੀ ਸਿਰ 'ਤੇ ਆ ਟਿਕਦਾ। ਹੌਲੇ ਹੌਲੇ ਹੱਥ ਰਵਾਂ ਹੋਣ ਲੱਗਾ, ਗੱਲਾਂ ਆਪਣੇ ਆਪ ਸੁੱਝਣ ਲੱਗੀਆਂ। ਜਦੋਂ ਸਾਰਾ ਦਿਨ ਕੁਝ ਨਾ ਕੁਝ ਲਿਖਦਾ ਰਹਿਣਾ ਪਏ, ਹੱਥ ਰਵਾਂ ਕਿਵੇਂ ਨਾ ਹੋਵੇ। ਜਦੋਂ ਸਾਰਾ ਦਿਨ ਕੋਈ ਪੜ੍ਹਦਾ ਰਹੇ, ਗੱਲ ਕਿਵੇਂ ਨਾ ਸੁੱਝੇ। ਵਾਕਈ ਸਹੀ ਹੈ, ਆਪਾਂ ਬਚਪਨ ਤੋਂ ਤਾਂ ਲਿਖਣਾ ਨਹੀਂ ਆਇਆ ਸਾਨੂੰ, ਹੈ ਨਾ। ਆਪਾਂ ਬਚਪਨ ਦੇ ਵਿੱਚ ਹੌਲੀ ਹੌਲੀ ABC ਤੋਂ ਸ਼ੁਰੂ ਕੀਤਾ ਅਤੇ ਅੱਜ ਆਪਾਂ ਪੂਰੀ ਤੇਜ਼ੀ ਦੇ ਨਾਲ ਲਿਖ ਸਕਦੇ ਹਾਂ। ਕੋਈ ਵੀ ਕੰਮ ਹੋਵੇ, ਜਦੋਂ ਆਪਾਂ ਸ਼ੁਰੂ ਕਰਦੇ ਹਾਂ ਤਾਂ ਉਹ ਔਖਾ ਲੱਗਦਾ, ਪਰ ਜਿਵੇਂ ਜਿਵੇਂ ਅਸੀਂ ਉਸ ਕੰਮ ਨੂੰ ਕਰਦੇ ਜਾਂਦੇ ਹਾਂ, ਉਸ ਕੰਮ ਦੇ ਵਿੱਚ ਪਰਫੈਕਸ਼ਨ ਆਉਂਦੀ ਜਾਂਦੀ ਹੈ। ਇਸ ਕਰਕੇ ਸ਼ੁਰੂ ਦੇ ਵਿੱਚ ਕਿਸੇ ਕੰਮ ਤੋਂ ਘਬਰਾ ਕੇ ਉਹਨੂੰ ਛੱਡ ਦੇਣਾ ਕਦੇ ਵੀ ਸਹੀ ਨਹੀਂ ਹੈ। ਹਮੇਸ਼ਾ ਕੋਈ ਵੀ ਕੰਮ ਮਿਲਦਾ ਤਾਂ ਮਿਹਨਤ ਜ਼ਰੂਰ ਕਰੋ, ਫਿਰ ਨਾ ਹੋਵੇ ਵੱਖਰੀ ਗੱਲ ਹੈ। ਫਤਿਹ ਪ੍ਰੀਤਮ ਵਿੱਚ ਬਹੁਤ ਕੁਝ ਸਿੱਖਿਆ। ਉਮਰ ਹੀ ਸਿੱਖਣ ਦੀ ਸੀ। ਬੜੇ ਦਿਲਚਸਪ ਅਤੇ ਅਨੋਖੇ ਅਨੁਭਵ। ਕੁਝ ਕੁ ਦਾ ਵਰਣਨ ਕਰਨਾ ਜ਼ਰੂਰੀ ਹੈ। ਸੋ ਫਤਿਹ ਪ੍ਰੀਤਮ ਦੇ ਵਿੱਚ ਜੋ ਕੁਝ ਵਾਪਰਿਆ ਲੇਖਕ ਸਾਡੇ ਨਾਲ ਸਾਂਝਾ ਕਰਦਾ। ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ 'ਤੇ ਵਿਸ਼ੇਸ਼ ਅੰਕ ਨਿਕਲਣਾ ਸੀ। ਵਿਸ਼ੇਸ਼ ਅੰਕ ਵਿੱਚ ਉੱਘੀਆਂ ਹਸਤੀਆਂ ਦੇ ਸੰਦੇਸ਼ ਜਾਇਆ ਕਰਦੇ ਸਨ। ਨੇਤਾਵਾਂ ਨੂੰ ਆਪਣੇ ਸੰਦੇਸ਼ ਭੇਜਣ ਲਈ ਬੇਨਤੀਆਂ ਕੀਤੀਆਂ ਜਾਂਦੀਆਂ। ਜਿਹੜੇ ਭੇਜ ਦਿੰਦੇ, ਉਹਨਾਂ ਦੇ ਪੰਜਾਬੀ ਵਿੱਚ ਅਨੁਵਾਦ ਕਰਕੇ ਛਾਪ ਦਿੱਤੇ ਜਾਂਦੇ। ਪਰ ਜਿਨ੍ਹਾਂ ਨੂੰ ਲਿਖਣੇ ਨਾ ਆਉਂਦੇ ਜਾਂ ਜਿਨ੍ਹਾਂ ਨੂੰ ਰੁਝੇਵਿਆਂ ਕਾਰਨ ਲਿਖਣ ਦੀ ਵਿਹਲ ਨਾ ਮਿਲਦੀ, ਉਹਨਾਂ ਦੇ ਨਾਂ ਹੇਠ ਖੁਦ ਲਿਖ ਕੇ ਛਾਪ ਦਿੱਤੇ ਜਾਂਦੇ। ਇਹ ਪਖੰਡ ਬਹੁਤ ਸਾਰੇ ਅਖਬਾਰਾਂ ਵਾਲੇ ਰਚਦੇ। ਸੋ ਬੱਚਿਓ, ਇਹ ਇੱਕ ਸੱਚਾਈ ਹੈ। ਜਿੰਨੇ ਵੀ ਆਪਾਂ ਲੇਖ ਪੜ੍ਹਦੇ ਹਾਂ ਕਿ ਕਿਸੇ ਨੇਤਾ ਨੇ ਸ਼ਾਇਦ ਇਹ ਲਿਖਿਆ, ਉਹਨੇ ਖੁਦ ਨਹੀਂ ਲਿਖਿਆ ਹੁੰਦਾ। ਇਹ ਅਖਬਾਰਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਲੋਕ ਜਾਣਦੇ ਆ ਕਿ ਉੱਥੇ ਕੰਮ ਕਿਸ ਤਰੀਕੇ ਨਾਲ ਚੱਲਦਾ ਹੈ। ਸੋ ਲੇਖਕ ਵੀ ਸਾਨੂੰ ਦੱਸਦਾ ਕਿ ਉੱਥੇ ਕੰਮ ਕਿਵੇਂ ਚੱਲਦਾ ਹੈ। ਮੈਂ ਜਿਸ ਅੰਗਰੇਜ਼ੀ ਸਪਤਾਹਿਕ ਵਿੱਚ ਪਹਿਲਾਂ ਕੁਝ ਮਹੀਨੇ ਕੰਮ ਕੀਤਾ ਸੀ, ਉੱਥੇ ਵੀ ਇਉਂ ਹੀ ਹੁੰਦਾ ਸੀ। ਇੱਕ ਵਾਰ ਉਸ ਸਪਤਾਹਿਕ ਦਾ ਵਿਸ਼ੇਸ਼ ਅੰਕ ਨਿਕਲ ਰਿਹਾ ਸੀ। ਮੁੱਖ ਸੰਪਾਦਕ ਨੇ ਕਿਧਰੇ ਜਾਣਾ ਸੀ। ਮੈਨੂੰ ਕਹਿਣ ਲੱਗਾ ਕਿ ਜਦੋਂ ਸਹਾਇਕ ਸੰਪਾਦਕ ਆਏ ਤਾਂ ਉਸਨੂੰ ਕਹਿਣਾ ਕਿ ਉਹ ਨੇਤਾਵਾਂ ਦੇ ਸੰਦੇਸ਼ ਲੈ ਆਵੇ। ਅਸਲੀ ਗੱਲ ਉਹ ਮੇਰੇ ਤੋਂ ਛੁਪਾ ਗਿਆ ਸੀ। ਹੁਣ ਅਸਲੀ ਗੱਲ ਕੀ ਹੈ? ਲੇਖਕ ਅੱਗੇ ਲਿਖਦਾ, ਜਦੋਂ ਸਹਾਇਕ ਸੰਪਾਦਕ ਆਇਆ ਤਾਂ ਮੈਂ ਉਹਨੂੰ ਸੰਦੇਸ਼ ਲਿਆਉਣ ਬਾਰੇ ਸੁਨੇਹਾ ਦਿੱਤਾ ਤਾਂ ਉਹ ਹੱਸ ਪਿਆ। ਢਲਦੀਆਂ ਦੁਪਹਿਰਾਂ ਤੱਕ ਉਹ ਬੈਠਾ ਕੁਝ ਲਿਖਦਾ ਰਿਹਾ ਅਤੇ ਫਿਰ ਉਹਨੇ ਕਾਗਜ਼ਾਂ ਦਾ ਇੱਕ ਥੱਬਾ ਮੈਨੂੰ ਥਮਾਉਂਦੇ ਹੋਏ ਕਿਹਾ, ਇਹ ਲੈ ਸੰਦੇਸ਼, ਕੱਲ੍ਹ ਸਵੇਰੇ ਕੰਪੋਜ਼ ਕਰਨ ਵਾਸਤੇ ਦੇ ਦੇਵੀਂ। ਇਹ ਸੰਦੇਸ਼ ਕਿੱਥੋਂ ਆ ਗਏ? ਤੁਸੀਂ ਤਾਂ ਕਿਧਰੇ ਗਏ ਹੀ ਨਹੀਂ। ਮੈਂ ਹੈਰਾਨ ਹੋ ਕੇ ਪੁੱਛਿਆ। ਬਸ ਇਹ ਇਉਂ ਹੀ ਲਿਖੇ ਜਾਂਦੇ ਨੇ, ਜਾਂ ਸੰਪਾਦਕ ਖੁਦ ਲਿਖਦਾ ਹੈ ਜਾਂ ਫਿਰ ਨੇਤਾ ਦਾ ਕੋਈ ਨਿੱਜੀ ਸਹਾਇਕ। ਉਹ ਸੰਪਾਦਕ ਨੇ ਮੁਸਕਰਾਉਂਦੇ ਹੋਏ ਕਿਹਾ, ਇਹਨਾਂ ਵਿੱਚੋਂ ਕਈ ਨੇਤਾਵਾਂ ਨੂੰ ਤਾਂ ਕਲਮ ਫੜਨੀ ਵੀ ਨਹੀਂ ਆਉਂਦੀ, ਲਿਖਣਾ ਤਾਂ ਦਰਕਨਾਰ ਰਿਹਾ। ਫਿਰ ਉਹ ਰੁਕ ਕੇ ਬੋਲਿਆ, ਜਿਹੜੇ ਪੜ੍ਹੇ ਲਿਖੇ ਨੇ
ਉਹਨਾਂ ਕੋਲ ਵੀ ਅਜਿਹੇ ਫਜ਼ੂਲ ਕੰਮਾਂ ਵਾਸਤੇ ਵਿਹਲ ਕਿੱਥੇ। ਸੋ ਜੋ ਅਖਬਾਰਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਈ ਵਾਰੀ ਉਹਨਾਂ ਨੇਤਾਵਾਂ ਦੇ ਲਈ ਉਹ ਫਜ਼ੂਲ ਕੰਮ ਹੁੰਦੇ ਆ, ਸੋ ਖੁਦ ਉਹ ਨਹੀਂ ਲਿਖਦੇ। ਮੈਂ ਹੱਕਾ ਬੱਕਾ ਹੋਇਆ ਕਦੇ ਉਸ ਸੰਪਾਦਕ ਵੱਲ ਵੇਖਦਾ ਅਤੇ ਕਦੇ ਉਹਨਾਂ ਸੰਦੇਸ਼ਾਂ ਵੱਲ। ਅੱਜ ਫਤਿਹ ਦੇ ਗੁਰੂ ਨਾਨਕ ਦੇ ਵਿਸ਼ੇਸ਼ ਅੰਕ ਵਾਸਤੇ ਮੈਨੂੰ ਸੰਦੇਸ਼ ਲਿਖਣ ਲਈ ਕਿਹਾ ਗਿਆ। ਕਿਸੇ ਦੂਜੇ ਦੇ ਸੰਦੇਸ਼ ਮੈਂ ਕਿਵੇਂ ਲਿਖ ਸਕਦਾ? ਉਸਦੇ ਮਨ ਦੀ ਗੱਲ ਉਹ ਜਾਣੇ, ਮੈਨੂੰ ਕੀ ਪਤਾ ਉਹ ਕੀ ਕਹਿਣਾ ਚਾਹੁੰਦਾ ਹੈ। ਮੈਂ ਕੋਈ ਅੰਤਰਜਾਮੀ ਨਹੀਂ, ਮੈਨੂੰ ਤਾਂ ਚੰਗੀ ਤਰ੍ਹਾਂ ਗੱਲ ਬਣਾਉਣੀ ਨਹੀਂ ਸੀ ਆਉਂਦੀ। ਕਿਸੇ ਨੇਤਾ ਦੇ ਸੰਦੇਸ਼ ਦਾ ਮੇਰੀ ਨਜ਼ਰ ਵਿੱਚ ਬੜਾ ਮਹੱਤਵ ਸੀ। ਉਸਨੇ ਤਾਂ ਲੋਕਾਂ ਨੂੰ ਸੇਧ ਦੇਣੀ ਹੁੰਦੀ, ਇੱਕ ਦਿਸ਼ਾ। ਉਸਦੇ ਅਨੁਭਵ ਦੀ ਗੱਲ ਮੇਰੀ ਕਲਮ ਦੇ ਕਿਵੇਂ ਮੇਚ ਆ ਸਕਦੀ ਹੈ, ਜਿਸ ਦੀ ਉਮਰ ਹਾਲੇ ਅਜਿਹੇ ਕੰਮਾਂ ਲਈ ਮਹੀਨੇ ਦੀ ਵੀ ਨਹੀਂ ਸੀ ਹੋਈ। ਸੋ ਜਿੱਥੇ ਲੇਖਕ ਸ਼ੁਰੂ ਦੇ ਵਿੱਚ ਸਾਨੂੰ ਦੱਸਦਾ ਕਿ ਉਹਦਾ ਰਾਜਨੀਤੀ ਦੇ ਨਾਲ ਬਹੁਤਾ ਵਾਹ ਹੀ ਨਹੀਂ ਰਿਹਾ, ਉਹਨੇ ਬਹੁਤੀਆਂ ਰਾਜਨੀਤਿਕ ਖਬਰਾਂ ਵੀ ਨਹੀਂ ਪੜ੍ਹੀਆਂ। ਸੋ ਹੁਣ ਉਹ ਕਿਸੇ ਨੇਤਾ ਦੇ ਮਨ ਦੀ ਗੱਲ ਕਿਵੇਂ ਲਿਖ ਸਕਦਾ? ਵਾਕਈ ਇਹ ਉਹਦੇ ਲਈ ਤਾਂ ਇੱਕ ਵੱਡੀ ਰੁਕਾਵਟ ਹੈ ਉਹਦੇ ਆਪਣੇ ਕੰਮ ਦੇ ਵਿੱਚ। ਉਹਨੂੰ ਤਾਂ ਸੋਚਾਂ ਦੇ ਵਿੱਚ ਪਾ ਦਿੱਤਾ ਇਸ ਗੱਲ ਨੇ। ਸੋ ਦੇਖਦੇ ਹਾਂ ਲੇਖਕ ਕੀ ਕਰਦਾ। ਪਰ ਇਹ ਸੰਦੇਸ਼ ਲਿਖਣੇ ਮੈਂ ਹੀ ਸਨ, ਨੇਤਾਵਾਂ ਦੇ ਨਾਂ ਹੀ ਜਾਣੇ ਸਨ। ਜੇ ਕੋਈ ਚੰਗੀ ਗੱਲ ਕਿਸੇ ਨੇਤਾ ਦੇ ਨਾਂ ਹੇਠ ਛਪ ਜਾਵੇ, ਭਾਵੇਂ ਉਹ ਕਿਸੇ ਨੇ ਵੀ ਲਿਖੀ ਹੋਵੇ, ਉਸਦੀ ਪ੍ਰਸ਼ੰਸਾ ਦਾ ਕਾਰਨ ਬਣਦੀ ਹੈ। ਅਤੇ ਜੇ ਵੱਡੇ ਲੋਕ ਪ੍ਰਸੰਨ ਹੋ ਜਾਣ ਤਾਂ ਵਾਰੇ ਨਿਆਰੇ ਹੋ ਜਾਂਦੇ ਨੇ, ਲੱਛਮੀ ਤੁਰ ਉੱਠਦੀ ਹੈ, ਇੱਜ਼ਤ ਆਬਰੋ ਵੱਧਦੀ ਹੈ। ਅਖਬਾਰ ਲਈ ਇਸ਼ਤਿਹਾਰ ਮਿਲਦੇ ਨੇ, ਸਰਕਾਰੀ ਵੀ ਅਤੇ ਗੈਰ ਸਰਕਾਰੀ ਵੀ। ਜੇ ਸੰਪਾਦਕ ਮਿਹਨਤ ਨਾਲ ਉਸ ਸ਼ਖਸੀਅਤ ਦੀ ਸੋਚ ਅਤੇ ਵਿਚਾਰਧਾਰਾ ਦੇ ਅਨੁਕੂਲ ਸੰਦੇਸ਼ ਲਿਖੇ ਤਾਂ ਗੱਲ ਨਿਖਰ ਆਉਂਦੀ ਹੈ। ਨੇਤਾ ਨੂੰ ਵੀ ਸੰਦੇਸ਼ ਪੜ੍ਹ ਕੇ ਖੁਦ ਇਉਂ ਲੱਗਦਾ ਜਾਂ ਲਾਪਰਵਾਹੀ ਵਿੱਚ ਗੱਲ ਵਿਗੜ ਵੀ ਜਾਂਦੀ ਹੈ। ਸੋ ਜੇਕਰ ਗਲਤ ਲਿਖਿਆ ਗਿਆ ਤਾਂ ਮੁਸ਼ਕਿਲ ਹੈ, ਜੇਕਰ ਵਧੀਆ ਲਿਖਿਆ ਗਿਆ ਫਿਰ ਤਾਂ ਬੱਲੇ ਬੱਲੇ ਆ, ਕਿਉਂਕਿ ਤਰੱਕੀ ਹੋਣ ਦੇ ਵਧੇਰੇ ਚਾਂਸ ਹੁੰਦੇ ਆ। ਫਿਰ ਇੱਕ ਵਾਰ ਮੈਂ ਗੁਰੂ ਨਾਨਕ ਦੇਵ ਦੇ ਵਿਸ਼ੇਸ਼ ਅੰਕ ਲਈ ਸੰਦੇਸ਼ ਤਿਆਰ ਕੀਤੇ। ਵੰਨ ਸਵੰਨੇ ਕਈ ਪੱਖਾਂ ਨਾਲ ਸੰਬੰਧਿਤ 20 ਕੁ ਸੰਦੇਸ਼ ਸਨ। ਕਾਫੀ ਸੋਚ ਕੇ ਲਿਖੇ, ਉਹਨਾਂ ਨੂੰ ਇੱਕ ਖਾਸ ਤਰਤੀਬ ਵਿੱਚ ਰੱਖ ਲਿਆ। ਉਹਨਾਂ ਸੰਦੇਸ਼ਾਂ ਉੱਪਰ ਸੰਦੇਸ਼ ਦੇਣ ਵਾਲਿਆਂ ਦੇ ਨਾਂ ਨਹੀਂ ਸਨ ਲਿਖੇ। ਨਾਰੰਗ ਸਾਹਿਬ ਨੇ 20 ਕੁ ਨਾਵਾਂ ਦੀ ਸੂਚੀ ਦਿੱਤੀ। ਤਬੀਅਤ ਖਰਾਬ ਹੋ ਜਾਣ ਕਾਰਨ ਮੈਂ 2 ਦਿਨ ਆਇਆ ਨਾ। ਕਲਰਕ ਨੇ ਸੂਚੀ ਅਨੁਸਾਰ ਹਰੇਕ ਸੰਦੇਸ਼ ਉੱਪਰ ਤਰਤੀਬਵਾਰ ਨਾਂ ਲਿਖ ਕੇ ਸੰਦੇਸ਼ ਛਾਪਣ ਵਾਸਤੇ ਭੇਜ ਦਿੱਤੇ। ਇਸ ਗੱਲ ਵੱਲ ਕਿਸੇ ਦਾ ਧਿਆਨ ਹੀ ਨਾ ਗਿਆ ਕਿ ਸੰਦੇਸ਼ ਉਹਨਾਂ ਹਸਤੀਆਂ ਦੀ ਸ਼ਖਸੀਅਤ ਅਤੇ ਵਿਚਾਰਧਾਰਾ ਦੇ ਅਨੁਕੂਲ ਵੀ ਹਨ ਕਿ ਨਹੀਂ। ਪਰਚਾ ਛਪਿਆ। ਉਹਨਾਂ ਵਿੱਚ ਇੱਕ ਸੰਦੇਸ਼ ਪ੍ਰਸਿੱਧ ਫਿਲਮ ਪ੍ਰੋਡਿਊਸਰ, ਡਿਸਟਰੀਬਿਊਟਰ ਅਤੇ ਜਗਤ ਸਿਨੇਮੇ ਦੇ ਮਾਲਕ ਲਾਲਾ ਜਗਤ ਨਾਰਾਇਣ ਦਾ ਵੀ ਸੀ। ਉਹਨਾਂ ਨਾਲ ਨਾਰੰਗ ਸਾਹਿਬ ਦੀ ਨਿੱਘੀ ਦੋਸਤੀ ਸੀ ਅਤੇ ਉਹ ਫਤਿਹ ਲਈ ਹਰ ਹਫ਼ਤੇ ਕੋਈ ਨਾ ਕੋਈ ਇਸ਼ਤਿਹਾਰ ਜ਼ਰੂਰ ਦਿੰਦੇ। ਬਿੱਲ ਦਾ ਭੁਗਤਾਨ ਵੀ ਫੌਰਨ ਕਰ ਦਿੰਦੇ। ਦਫ਼ਤਰ ਦੇ ਇੱਕ ਜ਼ਿੰਮੇਵਾਰ ਸ਼ਖਸ ਨੂੰ ਲਾਲਾ ਜੀ ਕੋਲ ਭੇਜਿਆ ਗਿਆ ਕਿ ਉਹ ਲਾਲਾ ਜੀ ਦੇ ਨਾਂ ਹੇਠ ਛਪੇ ਸੰਦੇਸ਼ ਨੂੰ ਵਿਖਾ ਕੇ ਉਸ ਅੰਕ ਵਿੱਚ ਛਪੇ ਇਸ਼ਤਿਹਾਰ ਦੇ ਬਿੱਲ ਦਾ ਚੈੱਕ ਵੀ ਲੈ ਆਵੇ। ਲਾਲਾ ਜੀ ਆਪਣੇ ਨਾਂ ਹੇਠ ਛਪੇ ਸੰਦੇਸ਼ ਨੂੰ ਵੇਖ ਕੇ ਮੁਸਕਰਾਏ ਅਤੇ ਕਹਿਣ ਲੱਗੇ, ਜ਼ਰਾ ਪੜ੍ਹ ਕੇ ਸੁਣਾ। ਦਫ਼ਤਰੋਂ ਗਿਆ ਬੰਦਾ ਜਿਉਂ-ਜਿਉਂ ਸੰਦੇਸ਼ ਪੜ੍ਹਦਾ ਗਿਆ, ਉਸਦੀ ਘਬਰਾਹਟ ਵੱਧਦੀ ਗਈ ਅਤੇ ਆਵਾਜ਼ ਜੋ ਸ਼ੁਰੂ ਵਿੱਚ ਖੜਕੇ ਦੜਕੇ ਵਾਲੀ ਸੀ, ਮੱਧਮ ਪੈਂਦੀ ਪੈਂਦੀ ਅਲੋਪ ਹੋ ਗਈ। ਲਾਲਾ ਜੀ ਤਾਂ ਕੱਟੜ ਸਨਾਤਨੀ ਸਨ, ਜੰਝੂ ਪਹਿਨਣ ਵਾਲੇ, ਕਰਮ ਕਾਂਢੀ। ਉਹਨਾਂ ਵੱਲੋਂ ਦਿੱਤੇ ਸੰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਜੰਝੂ ਪਹਿਨਣ ਅਤੇ ਕਰਮ ਕਾਂਡਾਂ ਨੂੰ ਫੋਕਾ ਅਤੇ ਪਖੰਡ ਦੱਸ ਕੇ ਨਿੰਦਿਆ ਗਿਆ ਸੀ। ਲਾਲਾ ਜੀ ਦੀਆਂ ਅੱਖਾਂ ਰੋਹ ਨਾਲ ਭਖਣ ਲੱਗੀਆਂ ਅਤੇ ਜੰਝੂ 'ਤੇ ਹੱਥ ਫੇਰਦੇ ਹੋਏ ਕਹਿਣ ਲੱਗੇ, ਵਾਹ, ਮੇਰੇ ਮੂੰਹੋਂ ਮੇਰਾ ਹੀ ਮਜ਼ਾਕ। ਸੰਦੇਸ਼ ਸੁਣਾਉਣ ਵਾਲਾ ਦੁਮ ਦਬਾ ਕੇ ਦੌੜਿਆ। ਅਜੀਬ ਸਥਿਤੀ ਬਣੀ। ਨਾਰੰਗ ਸਾਹਿਬ ਕਈ ਦਿਨ ਬੜੇ ਪਰੇਸ਼ਾਨ ਰਹੇ। ਉਹ ਮਨ ਦੇ ਬੜੇ ਨਰਮ ਅਤੇ ਭਾਵੁਕ ਸਨ। ਉਹਨਾਂ ਦੀ ਜਦੋਂ ਕੋਈ ਰਗ ਦੁਖਦੀ ਤਾਂ ਬੁਰੀ ਤਰ੍ਹਾਂ ਪੀੜਿਤ ਹੁੰਦੇ। ਸੋ ਬੜਾ ਖਤਰਨਾਕ ਵਾਕਿਆ ਲੇਖਕ ਨੇ ਜੋ ਸਾਡੇ ਨਾਲ ਸਾਂਝਾ ਕੀਤਾ। ਸੋ ਦੌੜਨਾ ਤਾਂ ਉੱਥੋਂ ਅਗਲੇ ਬੰਦੇ ਨੇ ਹੈਗਾ ਹੀ ਸੀਗਾ, ਜਿਹੜਾ ਉੱਥੇ ਸੁਣਾਉਣ ਖੜ੍ਹ ਗਿਆ। ਬੰਦੇ ਦੀ ਪ੍ਰਵਿਰਤੀ ਤੋਂ ਬਿਲਕੁਲ ਹੀ ਉਲਟ ਸੰਦੇਸ਼ ਲਿਖਿਆ ਗਿਆ। ਸੋ ਇਸ ਕਰਕੇ ਨਾਰੰਗ ਸਾਹਿਬ ਦਾ ਪਰੇਸ਼ਾਨ ਹੋਣਾ ਵੀ ਲਾਜ਼ਮੀ ਹੈ। ਅੱਗੇ ਪੜ੍ਹਦੇ ਹਾਂ। ਅਖਬਾਰ ਵਿੱਚ ਨਾਂ ਛਪਦੇ ਰਹਿਣ ਦਾ ਸ਼ੌਂਕ ਕਾਫੀ ਸਾਰੇ ਲੋਕਾਂ ਨੂੰ ਸੀ, ਭਾਵੇਂ ਉਹਨਾਂ ਦੇ ਨਾਂ ਹੇਠ ਕੁਝ ਵੀ ਛਪ ਜਾਵੇ। ਇੱਕ ਖੱਦਰਧਾਰੀ ਬਜ਼ੁਰਗ ਜੋ ਆਪਣੇ ਆਪ ਨੂੰ ਕੀਰਤੀ ਨਗਰ ਦੀ ਕਾਂਗਰਸ ਕਮੇਟੀ ਦਾ ਪ੍ਰਧਾਨ ਦੱਸਿਆ ਕਰਦੇ ਸਨ, ਹਰ ਹਫ਼ਤੇ ਮੇਰੇ ਕੋਲ ਆਉਂਦੇ ਅਤੇ ਕਿਹਾ ਕਰਦੇ, ਵਣਜਾਰਾ ਸਾਹਿਬ,
ਫਤਿਹ ਦੇ ਹਰ ਅੰਕ ਵਿੱਚ ਮੇਰੇ ਬਾਰੇ ਕੁਝ ਨਾ ਕੁਝ ਛਾਪ ਦਿਆ ਕਰੋ। ਹੋਰ ਨਹੀਂ ਤਾਂ ਇੱਕ ਖਬਰ ਹੀ ਦੇ ਦਿੱਤਾ ਕਰੋ ਕਿ ਮੈਂ ਆਪਣੇ ਇਲਾਕੇ ਵਿੱਚ ਸਫਾਈ ਹਫ਼ਤਾ ਮਨਾਇਆ ਅਤੇ ਆਪਣੀ ਹੱਥੀਂ ਗਲੀ ਦੀ ਸਫਾਈ ਕੀਤੀ ਹੈ। ਇੱਕ ਵਾਰ ਤਾਂ ਗਲੀ ਵਿੱਚ ਝਾੜੂ ਫੇਰ ਕੇ ਸਫਾਈ ਕਰ ਦਿਓ ਤਾਂ ਜੋ ਅਖਬਾਰ ਵਿੱਚ ਛਪੀ ਖਬਰ ਅੱਧ ਪਚੱਧੀ ਤਾਂ ਸੱਚੀ ਹੋਵੇ। ਮੈਂ ਮਜ਼ਾਕ ਨਾਲ ਉਹਨਾਂ ਨੂੰ ਸਮਝਾਇਆ, ਕਿਉਂ ਜੋ ਇਹ ਖਬਰ ਮੈਂ 2 ਵਾਰ ਪਹਿਲਾਂ ਛਾਪ ਚੁੱਕਾ ਸਾਂ। ਮਹੱਲੇ ਵਿੱਚ ਸਫਾਈ ਕਰਦੇ ਅਤੇ ਝਾੜੂ ਫੇਰਦੇ ਦੀ ਫੋਟੋ ਮੈਂ ਖਿਚਵਾ ਕੇ ਕੋਲ ਰੱਖੀ ਹੋਈ ਹੈ। ਕਿਸੇ ਦਿਨ ਤੁਹਾਨੂੰ ਵਿਖਾਵਾਂਗਾ। 2 ਕੁ ਦਿਨਾਂ ਮਗਰੋਂ ਉਹ ਖੱਦਰਧਾਰੀ ਆਪਣੀ ਸਫਾਈ ਕਰਦੇ ਦੀ ਫੋਟੋ ਲੈ ਆਇਆ। ਉਸਦੀ ਖਵਾਹਿਸ਼ ਸੀ ਕਿ ਇਹ ਫੋਟੋ ਫਤਿਹ ਦੇ ਮੁੱਖ ਪੰਨੇ 'ਤੇ ਛਪੇ। ਜਦੋਂ ਕਦੇ ਵੀ ਵਿਸ਼ੇਸ਼ ਅੰਕ ਨਿਕਲਣਾ ਹੁੰਦਾ, ਉਹ ਖੱਦਰਧਾਰੀ ਤਰਲੇ ਕੱਢਦਾ ਕਿ ਉਸਦੇ ਨਾਂ ਹੇਠ ਸੰਦੇਸ਼ ਜ਼ਰੂਰ ਛਪੇ। ਪਰ ਨਗਾਰਖਾਨੇ ਵਿੱਚ ਤੂਤੀ ਦੀ ਆਵਾਜ਼ ਕਿੱਥੇ ਸੁਣੀ ਜਾਂਦੀ ਹੈ। ਸੋ ਅਖਬਾਰ ਵੀ ਉਸੇ ਬੰਦੇ ਦੀਆਂ ਖਬਰਾਂ ਛਾਪਦਾ ਜਿਹਦੀ ਚੜ੍ਹਾਈ ਹੋਵੇ। ਗੱਲ ਤਾਂ ਸਾਫ਼ ਸੀ, ਨੇਤਾ ਬਾਰੇ ਅਖਬਾਰਾਂ ਵਿੱਚ ਕੁਝ ਨਾ ਕੁਝ ਛਪਦਾ ਰਹਿਣਾ ਚਾਹੀਦਾ। ਜਿਸ ਨੇਤਾ ਦੀ ਚਰਚਾ ਨਹੀਂ, ਉਹ ਵਕਤ ਵਿਆਹ ਬੈਠਾ ਹੈ, ਬੀਤਿਆ ਹੋਇਆ ਕੱਲ੍ਹ ਏ, ਮੁਰਦਾ ਹੈ, ਜਿਸ ਨੂੰ ਬਸ ਕਬਰ 'ਚ ਦੱਬਣ ਦੀ ਕਿਰਿਆ ਬਾਕੀ ਰਹਿ ਗਈ ਹੁੰਦੀ ਹੈ। ਕੁਝ ਲਿਖਾਰੀ ਵੀ ਨੇਤਾ ਕਿਸਮ ਦੇ ਸਨ ਜੋ ਚਾਹੁੰਦੇ ਕਿ ਉਹਨਾਂ ਦਾ ਪ੍ਰੀਤਮ ਜਾਂ ਫਤਿਹ ਵਿੱਚ ਹਰ ਵਾਰ ਚੰਗਾ ਮੰਦਾ ਕੁਝ ਨਾ ਕੁਝ ਛਪਦਾ ਰਹੇ, ਉਹ ਲੋਕਾਂ ਸਾਹਮਣੇ ਆਉਂਦੇ ਰਹਿਣ। ਇੱਕ ਕਵੀ ਚਾਹੁੰਦਾ ਸੀ ਕਿ ਉਸ ਦੀ ਕਵਿਤਾ ਪ੍ਰੀਤਮ ਵਿੱਚ ਸੰਪਾਦਕੀ ਦੇ ਬਾਅਦ ਪਹਿਲੇ ਸਫ਼ਿਆਂ 'ਤੇ ਛਾਪੀ ਜਾਏ। ਨਾ ਛਾਪਣ 'ਤੇ ਉਸਨੇ ਮੈਨੂੰ ਧਮਕੀਆਂ ਵੀ ਦਿੱਤੀਆਂ, ਤੂੰ ਇੱਥੇ ਨੌਕਰੀ ਕਰਨੀ ਹੈ ਜਾਂ ਨਹੀਂ। ਫਿਰ ਇੱਕ ਵਾਰ ਕਹਿਣ ਲੱਗਾ, ਤੇਰੀ ਰੋਜ਼ੀ ਰੋਟੀ ਦਾ ਖਿਆਲ ਆਉਂਦਾ, ਨਹੀਂ ਤਾਂ ਤੇਰੀ ਛੁੱਟੀ ਕਰਵਾ ਦਿੰਦਾ। 2 ਕੁ ਵਾਰ ਉਸਨੇ ਮੈਨੂੰ ਡਰਾਉਣ ਲਈ ਆਪਣੇ 2-3 ਦੋਸਤਾਂ ਨਾਲ ਮੇਰਾ ਰਾਹ ਵੀ ਰੋਕਿਆ, ਪਰ ਮੈਂ ਨਿਡਰ ਘੂਰਦਾ ਹੋਇਆ ਕੋਲੋਂ ਦੀ ਲੰਘ ਗਿਆ। ਉਹ ਹੈਰਾਨ ਵੇਖਦਾ ਰਹਿ ਗਿਆ। ਮੈਂ ਇਹਨਾਂ ਗੱਲਾਂ ਤੋਂ ਲਾਪਰਵਾਹ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਹਮੇਸ਼ਾ ਚੱਲਦਾ। ਕੁਝ ਲੇਖਕ ਆਪਣਾ ਨਾਂ ਪ੍ਰੀਤਮ ਤੇ ਆਨਰੇਰੀ ਸੰਪਾਦਕ ਦੇ ਤੌਰ 'ਤੇ ਲਿਖਵਾਉਣ ਵਾਸਤੇ ਹਾੜੇ ਕੱਢਦੇ। ਉਹ ਨਾਰੰਗ ਸਾਹਿਬ ਨੂੰ ਸਬਜ਼ ਬਾਗ ਵਿਖਾਉਂਦੇ ਰਹਿੰਦੇ ਕਿ ਸਾਡਾ ਨਾਂ ਪਰਚੇ 'ਤੇ ਜਾਣ ਨਾਲ ਪਰਚੇ ਦਾ ਮਾਣ ਵਧੇਗਾ। ਅਜਿਹੇ ਨਾਮ ਲਿਖਵਾਉਣ ਵਾਲੇ ਮੈਨੂੰ ਠੱਗ ਲੱਗਦੇ, ਸਾਹਿਤਕ ਠੱਗ। ਕਰਨਾ ਕੁਝ ਨਾ, ਪਰ ਨਾ ਉਹਦਾ ਰੋਹ ਪਾਉਣਾ। ਅਜਿਹੇ ਬੰਦੇ ਮੈਨੂੰ ਉਹਨਾਂ ਕਾਵਾਂ ਵਾਂਗ ਲੱਗਦੇ ਜਿਹੜੇ ਜਿਉਂਦੇ ਡੰਗਰ ਢੋਰ ਦੀ ਪਿੱਠੇ 'ਤੇ ਬੈਠ ਕੇ ਠੁੰਗੇ ਮਾਰਦੇ ਹਨ, ਜਾਂ ਗਿੱਧਾਂ ਜੋ ਮਮਟੀ 'ਤੇ ਬੈਠ ਕੇ ਮੁਰਦਾਰ ਲਈ ਝਾਕਦੀਆਂ ਹਨ। ਪ੍ਰੀਤਮ ਦੇ ਕੁਝ ਸਮੇਂ ਲਈ ਅਜਿਹੇ ਆਨਰੇਰੀ ਸੰਪਾਦਕਾਂ ਦੇ ਨਾਂ ਛਪਦੇ ਰਹੇ ਜਿਨ੍ਹਾਂ ਦੀ ਸ਼ਕਲ ਵੀ ਮੈਂ ਕਦੀ ਨਹੀਂ ਸੀ ਵੇਖੀ ਅਤੇ ਜਿਨ੍ਹਾਂ ਪ੍ਰੀਤਮ ਵਾਸਤੇ ਇੱਕ ਸਤਰ ਵੀ ਕਦੀ ਨਹੀਂ ਸੀ ਲਿਖੀ। ਸਾਲ ਕੁ ਮਗਰੋਂ ਜਦੋਂ ਯਾਤਰੀ ਸਾਹਿਬ ਫਤਿਹ ਨੂੰ ਛੱਡ ਗਏ ਤਾਂ ਦੋਹਾਂ ਅਖਬਾਰਾਂ ਦਾ ਸਾਰਾ ਬੋਝ ਮੇਰੇ 'ਤੇ ਆ ਪਿਆ। ਫਤਿਹ ਲਈ ਸੰਪਾਦਕੀ ਨੋਟ ਵੀ ਮੈਨੂੰ ਹੀ ਲਿਖਣੇ ਪੈਂਦੇ। ਸੰਪਾਦਕੀ ਲਿਖਣ ਵਾਲੇ ਦਿਨ ਮੈਂ ਹਮੇਸ਼ਾ ਤਣਾਅ ਵਿੱਚ ਰਹਿੰਦਾ। ਰਾਜਨੀਤੀ ਵਿੱਚ ਮੇਰੀ ਉੱਕੀ ਦਿਲਚਸਪੀ ਨਹੀਂ ਸੀ। ਮੈਂ ਅੜ ਕੇ ਲਿਖਦਾ, ਜਿਵੇਂ ਲਫ਼ਜ਼ਾਂ ਨੂੰ ਕਬਜ਼ੀ ਹੋ ਗਈ ਹੋਵੇ। ਫਿਕਰੇ ਜੰਗਾਲੇ ਹੋਏ ਪਈਆਂ ਵਾਂਗ ਜੰਮ ਜਾਂਦੇ, ਸੋਚ ਖੁੰਡੀ ਹੋ ਜਾਂਦੀ, ਗੱਲ ਪ੍ਰਵਾਹ ਵਾਂਗ ਨਾ ਤੁਰਦੀ। ਸੋ ਹੁਣ ਜਿਹੜਾ ਕੰਮ ਬੰਦੇ ਨੂੰ ਚੰਗਾ ਨਾ ਲੱਗਦਾ ਹੋਵੇ, ਉਹ ਤਾਂ ਇਸੇ ਤਰ੍ਹਾਂ ਨਾਲ ਅੱਗੇ ਵੱਧਦਾ। ਸੋ ਲੇਖਕ ਵੀ ਕਈ ਵਾਰੀ ਪਰੇਸ਼ਾਨ ਹੋ ਜਾਂਦਾ ਅਜਿਹੇ ਕੰਮ ਕਰਨ ਤੋਂ। ਸੋ ਅੱਗੇ ਪੜ੍ਹਾਂਗੇ ਅਗਲੇ ਭਾਗ ਦੇ ਵਿੱਚ।